ਵੈਲਕਮ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਆ ਦਾ ਅਰਲੀਐਸਟ ਸੁਸਾਇਟੀਜ਼, ਮੁੱਢਲੇ ਸਮਾਜ। ਬਹੁਤ ਇੰਟਰਸਟਿੰਗ ਟੌਪਿਕ ਆ। ਅਲੱਗ-ਅਲੱਗ ਤਰ੍ਹਾਂ ਦੀਆਂ ਸੱਭਿਅਤਾਵਾਂ ਨਾਲ ਰਿਲੇਟਡ ਅਸੀਂ ਮਨੁੱਖ ਦੇ ਜਨਮ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦਾ ਸਫ਼ਰ ਆ ਜਿਹੜਾ ਉਹ ਦੇਖਾਂਗੇ। ਪ੍ਰਿਥਵੀ ਦੇ ਮਨੁੱਖ ਦਾ ਜਨਮ ਤੇ ਵਿਕਾਸ ਆ ਜਿਹੜਾ, ਇਸ ਦੀ ਕਹਾਣੀ ਬੜੀ ਰੋਚਕ ਆ। ਇਤਿਹਾਸ ਤੇ ਮਨੁੱਖ ਦਾ ਜਨਮ ਲਗਭਗ 40 ਲੱਖ ਸਾਲ ਪਹਿਲਾਂ ਹੋਇਆ। ਇਤਿਹਾਸਕਾਰਾਂ ਦਾ ਮਤ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਨੇ ਅਫਰੀਕਾ ਦੀ ਧਰਤੀ ਤੇ ਆਪਣੇ ਪੈਰ ਰੱਖੇ। ਉੱਥੇ ਹੀ ਆਦਿ ਮਾਨਵ ਏਸ਼ੀਆ ਤੇ ਯੂਰਪ ਮਹਾਦੀਪਾਂ ਵਿੱਚ ਫੈਲ ਗਿਆ। ਇਸ ਦੇ ਵਿਕਾਸ ਦੀ ਕਹਾਣੀ ਹੈ ਜਿਹੜੀ ਅਸੀਂ ਦੇਖਦੇ ਹਾਂ, ਪੱਥਰ ਯੁੱਗ ਤੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ। ਆਦਿ ਮਾਨਵ ਸ਼ੁਰੂ ਵਿੱਚ ਪੂਰੀ ਤਰ੍ਹਾਂ ਪ੍ਰਕਿਰਤੀ 'ਤੇ ਨਿਰਭਰ ਸੀ। ਉਹ ਖੁੱਲ੍ਹੇ ਆਕਾਸ਼ ਵਿੱਚ ਰਹਿ ਕੇ ਵਿਚਰਨ ਕਰਦਾ, ਰੁੱਖਾਂ ਗੁਫਾਵਾਂ ਵਿੱਚ ਆਰਾਮ ਕਰਦਾ, ਕੰਦ ਮੂਲ ਫਲ ਅਤੇ ਕੱਚਾ ਮਾਸ ਖਾਂਦਾ ਸੀ। ਉਹ ਭੋਜਨ ਦੇ ਲਈ ਥਾਂ ਥਾਂ 'ਤੇ ਭਟਕਦਾ ਰਹਿੰਦਾ ਸੀ। ਕਦੇ ਕਦੇ ਭੋਜਨ ਨਾ ਮਿਲਣ 'ਤੇ ਉਸਨੂੰ ਭੁੱਖਾ ਹੀ ਰਹਿਣਾ ਪੈਂਦਾ ਸੀ। ਉਸਨੇ ਆਪਣੀ ਸੁਰੱਖਿਆ ਕਰਨ ਤੇ ਪਸ਼ੂਆਂ ਦਾ ਸ਼ਿਕਾਰ ਕਰਨ ਲਈ ਪੱਥਰ 'ਤੇ ਔਜ਼ਾਰ ਬਣਾਏ। ਉਸਦੇ ਸ਼ੁਰੂਆਤੀ ਔਜ਼ਾਰ ਅਣਘੜੇ ਤੇ ਖੁਰਦਰੇ ਸਨ। ਪੱਥਰ ਦੇ ਔਜ਼ਾਰਾਂ ਦਾ ਪ੍ਰਯੋਗ ਹੋਣ ਕਾਰਨ ਇਤਿਹਾਸ ਦਾ ਇਹ ਕਾਲ ਪੱਥਰ ਯੁੱਗ ਕਹਿਲਾਇਆ। ਪੁਰਾਤਨ ਪੱਥਰ ਕਾਲ ਦਾ ਮਾਨਵ ਭੋਜਨ ਦੀ ਤਲਾਸ਼ ਵਿੱਚ ਥਾਂ ਥਾਂ ਭਟਕਦਾ ਰਹਿੰਦਾ ਸੀ। ਮਾਨਵ ਦੀ ਸੰਸਕ੍ਰਿਤੀ ਦੇ ਵਿਕਾਸ ਦਾ ਇਹ ਯੁੱਗ ਲੰਮੇ ਸਮੇਂ ਤੱਕ ਚੱਲਿਆ। ਫਿਰ ਅੱਗੇ ਆਇਆ ਜੀ ਮੱਧ ਪੱਥਰ ਯੁੱਗ। ਇਹਦੇ ਵਿੱਚ ਆਦਿ ਮਾਨਵ ਨੇ ਆਪਣੇ ਅਨੁਭਵਾਂ ਅਤੇ ਖੋਜਾਂ ਦੇ ਆਧਾਰ 'ਤੇ ਪ੍ਰਗਤੀ ਦੀਆਂ ਪੌੜੀਆਂ ਚੜ੍ਹਨ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਆਪਣੇ ਔਜ਼ਾਰਾਂ ਨੂੰ ਚਿਕਣਾ ਅਤੇ ਤੇਜ਼ਧਾਰ ਬਣਾਉਣਾ ਸ਼ੁਰੂ ਕਰ ਦਿੱਤਾ। ਉਸਦੇ ਔਜ਼ਾਰ ਸੀਗੇ ਜਿਹੜੇ ਲੱਕੜੀ ਕੱਟਣ ਦੇ ਸ਼ਿਕਾਰ ਕਰਨ ਲਈ ਬੜੇ ਸਹਾਇਕ ਸਿੱਧ ਹੋਏ। ਮੱਧ ਪੱਥਰ ਯੁੱਗ ਵਿੱਚ ਮਾਨਵ ਦਾ ਸਮੁਦਾਇਕ ਜੀਵਨ ਆਰੰਭ ਹੋ ਗਿਆ। ਹੁਣ ਉਸਨੇ ਇੱਕ ਹੀ ਥਾਂ 'ਤੇ ਝੌਂਪੜੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵੰਡ ਤੇ ਝਗੜੇ ਨਿਪਟਾਉਣ ਲਈ ਮੁਖੀ ਪ੍ਰਮੁੱਖ ਵਿਅਕਤੀ ਜਾਂ ਆਗੂ ਦੀ ਚੋਣ ਹੋਈ। ਮੱਧ ਪੱਥਰ ਯੁੱਗ ਆਉਂਦੇ ਆਉਂਦੇ ਆਦਿ ਮਾਨਵ ਦਾ ਜੀਵਨ ਪਹਿਲਾਂ ਤੋਂ ਸੁਖੀ ਤੇ ਸਥਾਈ ਹੋਣ ਲੱਗਾ। ਉਹ ਖਾਲੀ ਸਮੇਂ ਵਿੱਚ ਗੁਫਾਵਾਂ ਦੀਆਂ ਦੀਵਾਰਾਂ 'ਤੇ ਚਿੱਤਰਾਂ ਨਾਲ ਸਜਾਉਣ ਲੱਗਾ। ਹੌਲੀ ਹੌਲੀ ਔਜ਼ਾਰਾਂ ਦੇ ਬਣਾਉਣ ਵਿੱਚ ਲੱਕੜ, ਹਾਥੀ ਦੇ ਦੰਦ ਤੇ ਹੱਡੀਆਂ ਦਾ ਇਸਤੇਮਾਲ ਕਰਨ ਲੱਗਾ। ਸ਼ਹਿਦ, ਬੀਜ, ਗਿਰੀਆਂ, ਮੱਛੀਆਂ ਵੀ ਉਸਦੇ ਭੋਜਨ ਦਾ ਅੰਗ ਬਣ ਗਏ। ਉਹ ਆਤਮ ਰੱਖਿਆ ਅਤੇ ਭੋਜਨ ਪ੍ਰਾਪਤ ਕਰਨ ਲਈ ਸਮੂਹ ਵਿੱਚ ਰਹਿ ਕੇ ਸਹਿਯੋਗ ਕਰਨਾ ਸਿੱਖ ਗਿਆ। ਹੁਣ ਉਸਨੇ ਤੰਬੂਆਂ ਤੇ ਖੱਲਾਂ ਦੇ ਤੰਬੂਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਆਇਆ ਨਵ ਪੱਥਰ ਯੁੱਗ। ਇਸ ਯੁੱਗ ਦੇ ਵਿੱਚ ਪ੍ਰਗਤੀ ਤੇ ਵਿਕਾਸ ਦੇ ਅਲੱਗ-ਅਲੱਗ ਚਰਨਾਂ ਨੂੰ ਪਾਰ ਕਰਕੇ ਆਦਿ ਮਾਨਵ ਜਿਹੜਾ ਸੀਗਾ ਉਹ ਪ੍ਰਗਤੀ ਵੱਲ ਨੂੰ ਵਧਣ ਲੱਗਿਆ। ਮਾਨਵੀ ਗਿਆਨ ਅਤੇ ਖੋਜਾਂ ਦੀ ਲੜੀ ਦਾ ਇਤਿਹਾਸ ਵਿੱਚ ਜਿਸ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਉਸ ਨੂੰ ਹੀ ਨਵ ਪੱਥਰ ਯੁੱਗ ਦਾ ਨਾਮ ਦਿੱਤਾ ਗਿਆ। ਉੱਨਤੀ ਦੀ ਸੀਮਾ ਰੇਖਾ ਹੀ ਪੁਰਾਤਨ ਪੱਥਰ ਯੁੱਗ ਨੂੰ ਨਵ ਪੱਥਰ ਯੁੱਗ ਤੋਂ ਅਲੱਗ ਕਰਦੀ ਹੈ, ਕਿਉਂਕਿ ਇਸ ਦੇ ਵਿੱਚ ਉਸ ਦੀ ਮਨੁੱਖ ਦੀ ਡਿਵੈਲਪਮੈਂਟ ਹੋਈ ਹੈ। ਨਵ ਪੱਥਰ ਯੁੱਗ ਦੇ ਮਾਨਵ ਨੇ ਪੱਥਰਾਂ ਦੇ ਛੋਟੇ ਛੋਟੇ ਚਿਕਨੇ ਸੁਡੌਲ ਔਜ਼ਾਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਨਵ ਪੱਥਰ ਯੁੱਗ ਦੇ ਮਾਨਵ ਨੂੰ ਸ਼ਿਕਾਰੀ ਤੇ ਭੋਜਨ ਇਕੱਠਾ ਕਰਨ ਵਾਲਾ ਤੇ ਭੋਜਨ ਉਤਪਾਦਕ ਬਣਾ ਦਿੱਤਾ। ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੀ ਸੱਭਿਅਤਾ। ਪਹਿਲੀ ਸੱਭਿਅਤਾ ਦਾ ਵਿਕਾਸ ਹੌਲੀ ਹੌਲੀ ਸ਼ੁਰੂ ਹੋਇਆ ਤੇ ਤੇਜ਼ੀ ਨਾਲ ਵੱਧਦਾ ਗਿਆ। ਇਸ ਦੇ ਵਿਕਾਸ ਦੌਰਾਨ ਹੇਠ ਲਿਖੇ ਯੁੱਗਾਂ ਦੀ ਸ਼ੁਰੂਆਤ ਹੋਈ। ਨੰਬਰ 1 ਤੇ ਕਾਂਸਾ ਯੁੱਗ। ਖੇਤੀਬਾੜੀ, ਹੁਨਰਾਂ ਤੇ ਪਹੀਏ ਦੇ ਵਿਕਾਸ ਨੇ ਮਾਨਵ ਸੱਭਿਆ ਅਤੇ ਸੰਸਕ੍ਰਿਤੀ ਨੂੰ ਇੱਕ ਅਜਿਹਾ ਨਵਾਂ ਰੂਪ ਦਿੱਤਾ ਅਤੇ ਮਨੁੱਖ ਨੇ ਧਾਤੂਆਂ ਦੀ ਖੋਜ ਕਰਕੇ ਸੱਭਿਅਤਾ ਦੇ ਵਿਕਾਸ ਦੇ ਖੇਤਰ ਵਿੱਚ ਇੱਕ ਨਵੀਂ ਛਲਾਂਗ ਲਗਾਈ। ਉਸਨੇ ਤਾਂਬੇ ਨੂੰ ਖੋਜ ਕੇ ਤਾਂਬੇ ਦੇ ਸੁੰਦਰ ਸੁਡੌਲ ਤੇ ਟਿਕਾਊ ਔਜ਼ਾਰ ਬਣਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿੱਚ ਉਸਨੇ ਤਾਂਬੇ ਵਿੱਚ ਟੀਨ ਮਿਲਾ ਕੇ ਕਾਂਸਾ ਬਣਾਇਆ। ਇਹ ਤਾਂਬੇ ਦੀ ਥਾਂ ਕਠੋਰ ਤੇ ਟਿਕਾਊ ਸੀ। ਕਾਂਸੇ ਦੇ ਔਜ਼ਾਰਾਂ ਦਾ ਇਸਤੇਮਾਲ ਹੋਣ ਕਾਰਨ ਇਹ ਯੁੱਗ ਕਾਂਸੇ ਦਾ ਯੁੱਗ ਕਹਿਲਾਇਆ। ਇਸ ਯੁੱਗ ਵਿੱਚ ਪੱਥਰ ਤੇ ਧਾਤੂ ਦੇ ਮਿਸ਼ਰਤ ਔਜ਼ਾਰ ਬਣਾਏ ਗਏ। ਕਾਂਸੇ ਦੇ ਯੁੱਗ ਦੀ ਸਭ ਤੋਂ ਪਹਿਲੀ ਮਹੱਤਵਪੂਰਨ ਦੇਣ ਸ਼ਹਿਰੀ ਕ੍ਰਾਂਤੀ ਸੀ। ਨਗਰਾਂ ਦੇ ਵਿਕਾਸ ਦੇ ਲੈਣ ਦੇਣ
ਨੇ ਲੈਣ ਦੇਣ ਨੂੰ ਜਨਮ ਦਿੱਤਾ ਅਤੇ ਵਪਾਰ ਦੇ ਕਾਰਨ ਮੁਦਰਾ ਵੀ ਵਿਕਸਿਤ ਹੋਈ। ਸ਼ਹਿਰੀ ਕ੍ਰਾਂਤੀ ਨੇ ਹੀ ਸ਼ਾਸਨ ਵਿਵਸਥਾ ਨੂੰ ਜਨਮ ਦਿੱਤਾ। ਇਸ ਯੁੱਗ ਵਿੱਚ ਭਵਨ ਨਿਰਮਾਣ ਕਲਾ, ਸ਼ਿਲਪ ਕਲਾ ਦਾ ਖੂਬ ਵਿਕਾਸ ਹੋਇਆ। ਸਮਾਜ, ਸਮੁਦਾਇ ਤੇ ਰਾਸ਼ਟਰਾਂ ਨੇ ਮਨੁੱਖਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਵੀ ਗਿਆਨ ਕਰਵਾਇਆ। ਕਾਂਸੇ ਦੇ ਯੁੱਗ ਵਿੱਚ ਮਿਸਰ, ਰੋਮ, ਯੂਨਾਨ, ਚੀਨ, ਈਰਾਨ ਦੇਸ਼ ਵਿੱਚ ਪ੍ਰਾਚੀਨ ਸੱਭਿਅਤਾਵਾਂ ਦਾ ਜਨਮ ਤੇ ਵਿਕਾਸ ਹੋਇਆ। ਕਾਂਸੇ ਦੇ ਯੁੱਗ ਦੀਆਂ ਸੱਭਿਅਤਾਵਾਂ ਵਿੱਚੋਂ ਭਾਰਤ ਤੇ ਚੀਨ ਦੀਆਂ ਸੱਭਿਅਤਾਵਾਂ ਹੀ ਸ਼ੁਰੂਆਤ ਤੋਂ ਅੱਜ ਤੱਕ ਜੀਵਿਤ ਹਨ। ਇਹਨਾਂ ਸੱਭਿਅਤਾਵਾਂ ਦੇ ਮੂਲ ਗੁਣ ਅੱਜ ਵੀ ਮੌਜੂਦ ਹਨ। ਫਿਰ ਹੈਗਾ ਨਦੀ ਘਾਟੀ ਸੱਭਿਅਤਾਵਾਂ। ਪ੍ਰਾਚੀਨ ਸੱਭਿਅਤਾਵਾਂ ਦਾ ਜਨਮ ਅਤੇ ਵਿਕਾਸ ਨਦੀ ਘਾਟੀਆਂ ਵਿੱਚ ਹੀ ਹੋਇਆ। ਇਹਨਾਂ ਸੱਭਿਅਤਾਵਾਂ ਨੂੰ ਇਸ ਲਈ ਨਦੀ ਘਾਟੀ ਸੱਭਿਅਤਾਵਾਂ ਕਿਹਾ ਜਾਂਦਾ ਹੈ। ਨਦੀਆਂ ਦਾ ਪੀਣ ਦਾ ਪਾਣੀ, ਭਵਨ ਬਣਾਉਣ, ਸਿੰਚਾਈ ਕਰਨ ਤੇ ਪਸ਼ੂਆਂ ਨੂੰ ਪਿਲਾਉਣ ਦੇ ਲਈ ਹਰ ਸਾਲ ਭਰ ਉਪਲਬਧ ਰਹਿੰਦਾ ਸੀ। ਨਦੀਆਂ ਸੜਕਾਂ ਵਾਂਗ ਕੁਦਰਤੀ ਸੜਕਾਂ ਦੇ ਰੂਪ ਵਿੱਚ ਜਲ ਆਵਾਜਾਈ ਦੀਆਂ ਸੁਵਿਧਾਵਾਂ ਉਪਲਬਧ ਕਰਾਉਂਦੀਆਂ ਸਨ। ਨਦੀ ਘਾਟੀਆਂ ਵਿੱਚ ਖੇਤੀ ਦੇ ਲਈ ਉਪਜਾਊ ਭੂਮੀ ਤੇ ਪਸ਼ੂਆਂ ਲਈ ਚਾਰਾ ਉਪਲਬਧ ਸੀ। ਇਸ ਲਈ ਨਦੀ ਘਾਟੀਆਂ ਨੂੰ ਸੱਭਿਅਤਾਵਾਂ ਦਾ ਪਾਲਣਾ ਕਿਹਾ ਗਿਆ ਹੈ। ਨਦੀ ਘਾਟੀਆਂ ਨੂੰ ਸੱਭਿਅਤਾਵਾਂ ਦਾ ਪਾਲਣਾ ਕਿਹਾ ਗਿਆ ਹੈ। ਨਦੀ ਘਾਟੀ ਸੱਭਿਅਤਾਵਾਂ ਵਿੱਚ ਮਿਸਰ ਦੀ ਨੀਲ ਨਦੀ ਘਾਟੀ ਦੀ ਸੱਭਿਅਤਾ, ਮੈਸੋਪੋਟਾਮੀਆ ਦੀ ਦਜਲਾ ਫਰਾਤ ਘਾਟੀ ਦੀ ਸੱਭਿਅਤਾ, ਸਿੰਧੂ ਘਾਟੀ ਦੀ ਹੜੱਪਾ ਸੱਭਿਅਤਾ ਤੇ ਹਵਾਗਹੋ ਨਦੀ ਘਾਟੀ ਵਿੱਚ ਚੀਨ ਦੀ ਸੱਭਿਅਤਾ ਪ੍ਰਮੁੱਖ ਹਨ। ਇਹਨਾਂ ਸੱਭਿਅਤਾਵਾਂ ਦੀ ਗਣਨਾ ਵਿਸ਼ਵ ਦੀਆਂ ਪ੍ਰਾਚੀਨਤਮ ਸੱਭਿਅਤਾਵਾਂ ਵਿੱਚ ਕੀਤੀ ਗਈ। ਵਿਸ਼ਵ ਦੀ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਦਾ ਵਰਗੀਕਰਨ ਗੈਰ ਭਾਰਤੀ ਸੱਭਿਅਤਾਵਾਂ ਤੇ ਭਾਰਤੀ ਸੱਭਿਅਤਾਵਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਅੱਗੇ ਆਉਂਦੀ ਹੈ ਜੀ ਮਿਸਰ ਦੀ ਸੱਭਿਅਤਾ। ਮਿਸਰ ਦੇ ਮੱਧ ਭਾਗ ਵਿੱਚ ਨੀਲ ਨਦੀ ਘਾਟੀ ਵਿੱਚ 7500 ਸਾਲ ਪਹਿਲਾਂ ਜੋ ਪੁਰਾਣੀ ਸੱਭਿਅਤਾ ਵਿਕਸਿਤ ਹੋਈ ਉਸ ਨੂੰ ਮਿਸਰ ਦੀ ਸੱਭਿਅਤਾ ਕਿਹਾ ਜਾਂਦਾ ਹੈ। ਨੀਲ ਨਦੀ ਨੇ ਆਪਣੀ ਘਾਟੀ ਵਿੱਚ ਉਪਜਾਊ ਮਿੱਟੀ ਦਾ ਜਮਾਓ ਕਰਕੇ ਅਤੇ ਸਿੰਚਾਈ ਦੀਆਂ ਸੁਵਿਧਾਵਾਂ ਉਪਲਬਧ ਕਰਵਾ ਕੇ ਇਸ ਸੱਭਿਅਤਾ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਇਹੋ ਕਾਰਨ ਹੈ ਕਿ ਮਿਸਰ ਨੂੰ ਨੀਲ ਨਦੀ ਦਾ ਵਰਦਾਨ ਕਿਹਾ ਜਾਂਦਾ ਹੈ। ਮਿਸਰ ਦੀ ਸੱਭਿਅਤਾ ਦਾ ਵਿਕਾਸ ਨੀਲ ਨਦੀ ਦੇ ਦੋਨਾਂ ਤੱਟਾਂ ਤੇ ਹੋਇਆ। ਜੇਕਰ ਮਿਸਰ ਵਿੱਚ ਨੀਲ ਨਦੀ ਨਾ ਹੁੰਦੀ ਤਾਂ ਇਹ ਸਹਾਰਾ ਮਾਰੂਥਲ ਦਾ ਹੀ ਇੱਕ ਅੰਗ ਹੁੰਦਾ। ਇਤਿਹਾਸਕਾਰ ਹੈਰੋਡੋਟਸ ਦੇ ਸ਼ਬਦਾਂ ਵਿੱਚ ਮਿਸਰ ਨੀਲ ਨਦੀ ਦਾ ਤੋਹਫਾ ਹੈ। ਫਿਰ ਅੱਗੇ ਆਉਂਦੀ ਹੈ ਮੈਸੋਪੋਟਾਮੀਆ ਦੀ ਸੱਭਿਅਤਾ। ਏਸ਼ੀਆ ਮਹਾਦੀਪ ਦੇ ਪੱਛਮ ਵਿੱਚ ਇਰਾਕ ਤੇ ਈਰਾਨ ਦੇਸ਼ਾਂ ਦੇ ਕੁਝ ਭਾਗਾਂ ਵਿੱਚ ਦਜਲਾ ਫਰਾਤ ਨਦੀ ਘਾਟੀਆਂ ਵਿੱਚ ਜੋ ਸੱਭਿਅਤਾ ਵਿਕਸਿਤ ਹੋਈ ਉਸ ਨੂੰ ਮੈਸੋਪੋਟਾਮੀਆ ਦੀ ਸੱਭਿਅਤਾ ਕਿਹਾ ਜਾਂਦਾ ਹੈ। ਇਸ ਸੱਭਿਅਤਾ ਦਾ ਜਨਮ ਲਗਭਗ 7000 ਸਾਲ ਪਹਿਲਾਂ ਹੋਇਆ ਅਤੇ ਉਹ 500 ਈਸਵੀ ਪੂਰਵ ਤੱਕ ਚੱਲਦੀ ਰਹੀ। ਦਜਲਾ ਤੇ ਫਰਾਤ ਨਦੀਆਂ ਦੇ ਵਿਚਕਾਰ ਦਾ ਖੇਤਰ ਮੈਸੋਪੋਟਾਮੀਆ ਖੇਤਰ ਕਹਿਲਾਉਂਦਾ ਹੈ। ਮੈਸੋਪੋਟਾਮੀਆ ਦਾ ਸ਼ਾਬਦਿਕ ਅਰਥ ਹੁੰਦਾ ਹੈ ਪਵਿੱਤਰ ਭੂਮੀ। ਇਸ ਭੂ-ਭਾਗ ਦੀ ਉਪਜਾਊ ਧਰਤੀ ਵਿੱਚ ਨਦੀ ਘਾਟੀ ਸੱਭਿਅਤਾ ਵਿਕਸਿਤ ਹੋਈ, ਇਸ ਲਈ ਇਸ ਨੂੰ ਮੈਸੋਪੋਟਾਮੀਆ ਦੀ ਸੱਭਿਅਤਾ ਦਾ ਨਾਮ ਦਿੱਤਾ ਗਿਆ। ਪ੍ਰਾਚੀਨ ਕਾਲ ਵਿੱਚ ਇਸ ਖੇਤਰ ਦੇ ਦੱਖਣ ਹਿੱਸੇ ਨੂੰ ਸੁਮੇਰ ਤੇ ਉੱਤਰ ਪੂਰਬੀ ਹਿੱਸੇ ਨੂੰ ਬਾਬੀਲਨ ਕਿਹਾ ਜਾਂਦਾ ਸੀ। ਉੱਤਰ ਵਿੱਚ ਉੱਚ ਭੂਮੀ ਅਸੀਰੀਆ ਦੇ ਨਾਮ ਨਾਲ ਜਾਣੀ ਜਾਂਦੀ ਸੀ। ਫਿਰ ਅੱਗੇ ਆਉਂਦੀ ਹੈ ਯੂਨਾਨ ਦੀ ਸੱਭਿਅਤਾ। ਯੂਨਾਨ ਭੂ-ਮੱਧ ਸਾਗਰ ਦੇ ਪੱਛਮ ਵਿੱਚ ਸਥਿਤ ਯੂਰਪ ਮਹਾਦੀਪ ਦਾ ਇੱਕ ਮਹੱਤਵਪੂਰਨ ਦੇਸ਼ ਹੈ ਜਿੱਥੇ ਵਿਸ਼ਵ ਦੀ ਪ੍ਰਾਚੀਨ ਸੱਭਿਅਤਾ ਦਾ ਜਨਮ ਹੋਇਆ। ਇਹ ਸੱਭਿਅਤਾ ਕਾਂਸੇ ਯੁੱਗ ਵਿੱਚ ਜਨਮ ਲੈ ਕੇ ਲੋਹ ਯੁੱਗ ਤੱਕ ਸੁਕਰਾਤ ਤੇ ਸਿਕੰਦਰ ਦੇ ਸਮੇਂ ਤੱਕ ਰਹੀ। ਕਾਂਸੇ ਯੁਗੀਨ ਸਿਨੋਸ ਸੱਭਿਅਤਾ ਦਾ ਜਨਮ 3400 ਈਸਵੀ ਪੂਰਵ ਹੋਇਆ। ਇਸ ਕਾਲ ਦੀ ਮਾਈਸੀਨੀਅਨ ਸੱਭਿਅਤਾ ਗ੍ਰੀਸ ਵਿੱਚ 2000 ਸਾਲ ਈਸਵੀ ਪੂਰਵ ਵਿੱਚ ਵਿਕਸਿਤ ਹੋਈ, ਜਿਹੜੀ ਲੋਹ ਯੁੱਗ ਵਿੱਚ ਵੀ 800 ਈਸਵੀ ਪੂਰਵ ਤੱਕ ਚੱਲਦੀ ਰਹੀ। ਅੱਗੇ ਆਉਂਦੀ ਹੈ ਰੋਮ ਦੀ ਸੱਭਿਅਤਾ। ਰੋਮ ਦੀ ਸੱਭਿਅਤਾ ਦੀ ਗਣਨਾ ਵਿਸ਼ਵ ਦੀਆਂ ਪ੍ਰਾਚੀਨ ਤੇ ਮਹਾਨ ਸੱਭਿਅਤਾਵਾਂ ਵਿੱਚ ਕੀਤੀ ਜਾਂਦੀ ਹੈ। ਇਟਲੀ ਯੂਰਪ ਦਾ ਇੱਕ ਮਹੱਤਵਪੂਰਨ ਦੇਸ਼ ਹੈ। ਇਸ ਦੇ ਰੋਮ ਨਗਰ ਵਿੱਚ ਲਗਭਗ 600 ਈਸਵੀ ਪੂਰਵ ਦੇ ਬਾਅਦ ਜਿਹੜੀ ਸੱਭਿਅਤਾ ਉੱਭਰੀ ਉਸ ਨੂੰ ਹੀ ਰੋਮ ਸੱਭਿਅਤਾ ਕਿਹਾ ਜਾਂਦਾ ਹੈ। ਰੋਮ ਦੀ ਟਾਈਬਰ ਨਦੀ ਦੇ ਉੱਤਰ ਭੂਗੋਲਿਕ ਸਥਿਤੀ ਨੇ ਇਸ ਸੱਭਿਅਤਾ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ।
ਅੱਗੇ ਹੈਗੀ ਹੈ ਚੀਨ ਦੀ ਸੱਭਿਅਤਾ। ਚੀਨ ਦੇਸ਼ ਵਿੱਚ ਯਾਂਗਟਜ਼ੇ ਤੇ ਹਵਾਂਗਹੋ ਨਦੀਆਂ ਦੀ ਘਾਟੀ ਵਿੱਚ ਜਿਸ ਸੱਭਿਅਤਾ ਦਾ ਵਿਕਾਸ ਹੋਇਆ ਉਸ ਨੂੰ ਚੀਨ ਦੀ ਸੱਭਿਅਤਾ ਅਤੇ ਸਾਂਗ ਸੱਭਿਅਤਾ ਕਹਿੰਦੇ ਨੇ। ਚੀਨ ਦੀ ਸੱਭਿਅਤਾ ਦੀ ਗਣਨਾ ਵਿਸ਼ਵ ਦੀਆਂ ਪ੍ਰਾਚੀਨ ਤੇ ਮਹੱਤਵਪੂਰਨ ਸੱਭਿਅਤਾਵਾਂ ਵਿੱਚ ਕੀਤੀ ਜਾਂਦੀ ਹੈ। ਹਵਾਂਗਹੋ ਨਦੀ ਆਪਣੇ ਹੜ੍ਹਾਂ ਦੇ ਮਾਰਗ ਬਦਲਣ ਕਾਰਨ ਚੀਨ ਵਿੱਚ ਬੜਾ ਵਿਨਾਸ਼ ਕਰਦੀ ਹੈ, ਇਸ ਲਈ ਇਸ ਨੂੰ ਚੀਨ ਦਾ ਸ਼ੋਕ ਕਿਹਾ ਜਾਂਦਾ ਹੈ। ਫਿਰ ਈਰਾਨ ਦੀ ਸੱਭਿਅਤਾ ਆਈ। ਈਰਾਨ ਦਾ ਪਹਿਲਾ ਨਾਮ ਫਾਰਸ ਸੀ। ਇਹ ਸੱਭਿਅਤਾ ਮੈਸੋਪੋਟਾਮੀਆ ਦੀ ਸੱਭਿਅਤਾ ਦੀ ਸਮਕਾਲੀਨ ਸੀ। ਇਸ ਸੱਭਿਅਤਾ ਦਾ ਵਿਕਾਸ ਹੌਲੀ-ਹੌਲੀ ਹੋਇਆ। ਇਹ ਪ੍ਰਾਚੀਨ ਸੱਭਿਅਤਾ ਸਿੰਧੂ ਘਾਟੀ ਸੱਭਿਅਤਾ ਅਤੇ ਮੈਸੋਪੋਟਾਮੀਆ ਦੀ ਸੱਭਿਅਤਾ ਦੇ ਮੱਧ ਵਿੱਚ ਇੱਕ ਸੰਪਰਕ ਕੜੀ ਬਣੀ ਰਹੀ। ਇਹ ਸੱਭਿਅਤਾ ਦਜਲਾ ਤੇ ਯੂਫਰੇਟਸ ਨਦੀਆਂ ਦੇ ਮੈਦਾਨੀ ਪਰਬਤੀ ਖੇਤਰਾਂ ਵਿੱਚ ਪਾਰਥੀਆਂ ਵਿੱਚ ਵਿਕਸਿਤ ਹੋਈ। ਇਸ ਸੱਭਿਅਤਾ ਦੇ ਲੋਕ ਏਸ਼ੀਆ ਤੇ ਯੂਰਪ ਤੋਂ ਆ ਕੇ ਇੱਥੇ ਬਸੇ ਸਨ। ਅੱਗੇ ਆਉਂਦੀ ਆ ਭਾਰਤੀ ਸੱਭਿਅਤਾ। ਇਹਦੇ ਵਿੱਚ ਹੜੱਪਾ ਸੱਭਿਅਤਾ ਮੁੱਖ ਆ। ਭਾਰਤ ਤੇ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਅਵਸ਼ੇਸ਼ ਪ੍ਰਾਪਤ ਹੋਏ, ਉਸ ਨੂੰ ਹੜੱਪਾ ਸੱਭਿਅਤਾ ਕਿਹਾ ਜਾਂਦਾ ਹੈ। ਇਸ ਸੱਭਿਅਤਾ ਦਾ ਜਨਮ ਲਗਭਗ 4600 ਸਾਲ ਈਸਵੀ ਪੂਰਵ ਵਿੱਚ ਹੋਇਆ, ਜਿਹੜੀ 700 ਸਾਲ ਤੱਕ ਵਿਕਸਿਤ ਹੁੰਦੀ ਰਹੀ ਅਤੇ 1900 ਈਸਵੀ ਪੂਰਵ ਵਿੱਚ ਸਮਾਪਤ ਹੋ ਗਈ। ਇਸ ਸੱਭਿਅਤਾ ਦਾ ਵਿਸਤਾਰ ਵਿਸ਼ਵ ਦੀਆਂ ਸਾਰੀਆਂ ਸੱਭਿਅਤਾਵਾਂ ਤੋਂ ਵੱਡਾ ਸੀ। ਹੜੱਪਾ ਸੱਭਿਅਤਾ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਅਤੇ ਭਾਰਤ ਤੱਕ ਫੈਲੀ ਹੋਈ ਸੀ। ਭਾਰਤ ਵਿੱਚ ਰਾਜਸਥਾਨ, ਪੰਜਾਬ, ਗੁਜਰਾਤ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਵਿੱਚ ਇਸ ਸੱਭਿਅਤਾ ਦੇ ਅਵਸ਼ੇਸ਼ ਮਿਲੇ ਹਨ। ਸੰਨ 1920 ਵਿੱਚ ਇਸ ਸੱਭਿਅਤਾ ਦੀ ਜਦੋਂ ਖੁਦਾਈ ਕੀਤੀ ਗਈ ਤਾਂ ਪੱਛਮੀ ਪੰਜਾਬ ਵਿੱਚ ਹੜੱਪਾ, ਪੂਰਬ ਪੰਜਾਬ ਵਿੱਚ ਰੋਪੜ, ਰਾਜਸਥਾਨ ਤੇ ਕਾਲੀਬੰਗਨ, ਗੁਜਰਾਤ ਵਿੱਚ ਨੋਬਲ ਤੇ ਸਿੰਧੂ ਨਦੀ ਵਿੱਚ ਮੋਹਨਜੋਦੜੋ ਥਾਵਾਂ ਤੇ ਇਸ ਸੱਭਿਅਤਾ ਦੇ ਅਵਸ਼ੇਸ਼ ਮਿਲੇ। ਆਰੰਭਿਕ ਮਨੁੱਖ ਬਾਰੇ ਜਾਣਕਾਰੀ। ਪੁਰਾਤਤਵ ਵਿਦਵਾਨਾਂ ਨੂੰ ਕੁਝ ਅਜਿਹੀਆਂ ਵਸਤੂਆਂ ਮਿਲੀਆਂ ਜਿਨ੍ਹਾਂ ਦਾ ਨਿਰਮਾਣ ਉਪਯੋਗ ਸ਼ਿਕਾਰ ਕਰਨ ਦੇ ਕੰਮਾਂ ਵਿੱਚ ਲੋਕ ਕਰਿਆ ਕਰਦੇ ਸਨ। ਇਹ ਸੰਭਵ ਹੈ ਕਿ ਇਹ ਲੋਕ ਆਪਣੇ ਲਈ ਪੱਥਰ, ਲੱਕੜ, ਹੱਡੀਆਂ ਦੇ ਹਥਿਆਰ ਬਣਾਉਂਦੇ ਸਨ। ਇਹਨਾਂ ਤੋਂ ਪੱਥਰਾਂ ਦੇ ਹਥਿਆਰ ਅੱਜ ਵੀ ਬਚੇ ਹੋਏ ਹਨ। ਰਹਿਣ ਦੀ ਜਗ੍ਹਾ ਨਿਰਧਾਰਤ ਕਰਨਾ। ਕਈ ਪੁਰਾਸਥਲ ਨਦੀਆਂ ਤੇ ਝੀਲਾਂ ਦੇ ਕਿਨਾਰੇ ਮਿਲੇ ਹਨ। ਕਿਉਂਕਿ ਲੋਹੇ ਦੇ ਔਜ਼ਾਰ ਬਹੁਤ ਮਹੱਤਵਪੂਰਨ ਸਨ, ਇਸ ਲਈ ਲੋਕ ਅਜਿਹੀ ਜਗ੍ਹਾ ਲੱਭਦੇ ਰਹਿੰਦੇ ਸਨ ਜਿੱਥੇ ਚੰਗੇ ਪੱਥਰ ਮਿਲ ਸਕਣ। ਜਿੱਥੇ ਲੋਕ ਪੱਥਰਾਂ ਤੋਂ ਹਥਿਆਰ ਬਣਾਉਂਦੇ ਸਨ ਉਹਨਾਂ ਨੂੰ ਉਦਯੋਗ ਸਥਲ ਕਿਹਾ ਜਾਂਦਾ ਹੈ। ਸਾਨੂੰ ਇਹਨਾਂ ਉਦਯੋਗ ਸਥਲਾਂ ਬਾਰੇ ਜਾਣਕਾਰੀ ਕਿਵੇਂ ਮਿਲਦੀ ਹੈ? ਆਮ ਤੌਰ 'ਤੇ ਸਾਨੂੰ ਅਜਿਹੀਆਂ ਥਾਵਾਂ ਦੇ ਪੱਥਰ ਦੇ ਵੱਡੇ ਵੱਡੇ ਟੁਕੜੇ ਮਿਲਦੇ ਨੇ ਜਿੱਥੇ ਅਜਿਹੇ ਉਪਕਰਨ ਮਿਲਦੇ ਹਨ ਜਿਨ੍ਹਾਂ ਲੋਕ ਇਹਨਾਂ ਸਥਲਾਂ ਤੋਂ ਛੱਡ ਗਏ, ਤੇ ਪੱਥਰਾਂ ਦੇ ਟੁੱਟੇ ਫੁੱਟੇ ਟੁਕੜੇ ਵੀ ਇਹਨਾਂ ਸਥਲਾਂ ਤੋਂ ਮਿਲਦੇ ਹਨ। ਇੱਥੇ ਕਦੇ-ਕਦੇ ਲੋਕ ਇਹਨਾਂ ਸਥਲਾਂ ਤੋਂ ਕੁਝ ਜ਼ਿਆਦਾ ਸਮਾਂ ਤੱਕ ਰਿਹਾ ਕਰਦੇ ਸਨ। ਅਜਿਹੇ ਸਥਲਾਂ ਨੂੰ ਆਵਾਸੀ ਤੇ ਉਦਯੋਗ ਸਥਲ ਕਹਿੰਦੇ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਸੀਂ ਵੱਖ-ਵੱਖ ਸੱਭਿਅਤਾਵਾਂ ਕੀਤੀਆਂ ਨੇ। ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਇਸ ਲੈਸਨ ਦੇ MCQ ਕਰਾਂਗੇ। ਬਣੇ ਰਹੋ ਚੈਨਲ ਦੇ ਨਾਲ। ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰੋ, ਕਿਉਂਕਿ ਤੁਹਾਨੂੰ ਇਸ ਚੈਨਲ 'ਤੇ ਬਹੁਤ ਵਧੀਆ ਮਟੀਰੀਅਲ ਆ ਜਿਹੜਾ B.Ed ਦੇ ਨਾਲ ਰਿਲੇਟਡ, ਕੰਪੀਟੀਸ਼ਨ ਟੈਸਟ ਦੇ ਨਾਲ ਰਿਲੇਟਡ ਆ, ਉਹ ਪ੍ਰੋਵਾਈਡ ਕੀਤਾ ਜਾਏਗਾ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।